बहुत ही सत्कारत ਸਰੋਤਿਓ ਦਰਸ਼ਕੋ, ਕਥਾਕਾਰ ਲੜੀ 2 ਦੇ ਵਿੱਚ ਪੇਸ਼ ਹੈ ਤੁਹਾਡੇ ਸਾਹਮਣੇ ਦਵਿੰਦਰ ਸਿੰਘ ਮਲਹਾਂਸ ਦੀ ਕਹਾਣੀ, ਜੋ ਕਿ ਪ੍ਰਵਾਸੀ ਪੰਜਾਬੀ ਕਹਾਣੀਕਾਰ ਨੇ। ਉਹਨਾਂ ਦੀ ਕਹਾਣੀ ਹੈ ਮੋਚਨਾ। ਮੋਚਨਾ ਲੱਭਦਿਆਂ ਮੈਨੂੰ ਮੇਰੀ ਪਤਨੀ ਤੇ ਖਿੱਚ ਚੜ ਰਹੀ ਸੀ। ਇਸ ਕੁਚੱਜੀ ਜਨਾਨੀ ਦੀ ਕੋਈ ਰੱਖੀ ਚੀਜ਼ ਨਹੀਂ ਲੱਭਦੀ। ਸਾਰਾ ਘਰ ਫਰੋਲ ਮਾਰਿਆ। ਘਰ ਦੇ 3 ਬਾਥਰੂਮ, ਜਿਨ੍ਹਾਂ ਦੀਆਂ ਸਾਰੀਆਂ ਅਲਮਾਰੀਆਂ, ਕੈਬਨਿਟਾਂ, ਸਾਬਣ, ਸ਼ੈਂਪੂ, ਕਰੀਮਾਂ, ਟੁੱਥਪੇਸਟਾਂ, ਟਿਸ਼ੂ ਪੇਪਰ, ਹੋਰ ਪਤਾ ਨਹੀਂ ਕੀ ਕੁਝ ਨਾਲ ਭਰੀਆਂ ਪਈਆਂ ਸਨ। 10 ਸਾਲਾਂ ਦਾ ਸਮਾਨ ਜਮ੍ਹਾਂ ਕੀਤਾ ਹੋਇਆ ਏ, ਪਰ ਮੋਚਨਾ ਨਹੀਂ ਮਿਲ ਰਿਹਾ ਸੀ। ਥੱਕ ਹਾਰ ਕੇ ਕਾਰ ਸਟਾਰਟ ਕਰਕੇ ਡਾਲਰ ਸਟੋਰ ਤੇ ਜਾਣ ਦੀ ਸੋਚਦਾ ਹਾਂ। ਫਿਰ ਰਸਤੇ ਵਿੱਚ ਖਿਆਲ ਆਉਂਦਾ ਏ, ਕਿਉਂ ਨਾ ਬਾਲੀਵੁੱਡ ਹੇਅਰ ਸਟਾਈਲ ਵਾਲੇ ਦੇ ਮੂੰਹ ਦੀ ਮੁਰੰਮਤ ਕਰਵਾ ਲਵਾਂ। ਪਰ $20 ਖਰਚਣ ਤੋਂ ਸੰਕੋਚ ਕਰਦਾ ਹਾਂ। ਇੰਡੀਆ ਹੁੰਦਾ ਤਾਂ 5 ਰੁਪਏ ਵਿੱਚ ਧਾਗਾ ਲੱਗ ਜਾਣਾ ਸੀ। ਇੱਥੇ ਤਾਂ ਬਹੁਤ ਪੈਸੇ ਲੈਂਦੇ ਨੇ। ਕਈ ਵਾਰ ਮਨ ਵਿੱਚ ਆਇਆ ਕਿ ਐਵੇਂ ਸਾਰੀ ਉਮਰ ਫੈਕਟਰੀਆਂ ਵਿੱਚ ਧੱਕੇ ਖਾਣ ਨਾਲੋਂ ਤਾਂ ਨਾਈਪਣੇ ਦਾ ਕੰਮ ਸਿੱਖ ਲਵਾਂ। ਨਿਰੇ ਪੈਸੇ ਹੀ ਪੈਸੇ। ਪਰ ਮੇਰੇ ਅੰਦਰਲਾ ਜੱਟ ਮੇਰੇ ਪੈਰ ਬੰਨ੍ਹ ਦਿੰਦਾ। ਚੱਲ ਮੋਚਨਾ ਹੀ ਲੈ ਲੈਂਦੇ ਹਾਂ, $2 ਵਿੱਚ ਸਰ ਜਾਵੇਗਾ, ਨਾਲੇ ਘਰ ਦਾ ਸੰਦ ਬਣ ਜਾਵੇਗਾ। ਮੋਚਨਾ ਲੈ ਕੇ ਘਰ ਵੜਦਾ ਹਾਂ। ਸ਼ੀਸ਼ੇ ਅੱਗੇ ਖੜੋ ਜਾਂਦਾ ਹਾਂ, ਕੋਲ ਫੋਨ ਰੱਖ ਕੇ, ਕਿਉਂਕਿ ਮੇਰੀ ਪਤਨੀ ਇੰਡੀਆ ਨੂੰ ਜਾਣ ਲੱਗੀ ਕਹਿ ਗਈ ਸੀ ਬਈ ਫੋਨ ਹਮੇਸ਼ਾ ਕੋਲ ਰੱਖਣਾ, ਖਾਸ ਕਰਕੇ ਜਦੋਂ ਤੁਸੀਂ ਬਾਥਰੂਮ ਵਿੱਚ ਹੁੰਦੇ ਹੋ। ਕਿਉਂਕਿ ਉਸ ਨੂੰ ਮੇਰੀ ਆਦਤ ਦਾ ਪਤਾ ਸੀ। ਮੈਂ ਬਾਥਰੂਮ ਵਿੱਚ ਵੜ ਕੇ ਕਿੰਨਾ ਚਿਰ ਨਹੀਂ ਨਿਕਲਦਾ। ਉਸ ਦੇ ਜਾਣ ਤੋਂ ਬਾਅਦ ਮੈਨੂੰ ਅਤੀਤ ਅਤੇ ਵਰਤਮਾਨ ਬਾਰੇ ਗਹਿਰਾਈ ਨਾਲ ਸੋਚਣ ਦਾ ਮੌਕਾ ਮਿਲਿਆ। ਨਹੀਂ ਤਾਂ ਬਸ ਹਲਾ ਲਲਾ, ਕਦੇ ਗਰੋਸਰੀ, ਕਦੇ ਬਿੱਲ, ਕਦੇ ਛੋਟੇ ਮੁੰਡੇ ਨੂੰ ਸਕੂਲ, ਕੁੜੀ ਨੂੰ ਕੱਪੜੇ, ਵੱਡੇ ਮੁੰਡੇ ਦੀ ਲੇਟ ਘਰੇ ਆਉਣ ਦੀ ਚਿੰਤਾ। ਬਸ ਬਿਜੀ ਤੇ ਬੋਰਿੰਗ ਲਾਈਫ। ਹੁਣ ਸਾਰੇ 3 ਮਹੀਨੇ ਲਈ ਇੰਡੀਆ ਗਏ ਨੇ। ਮੈਂ ਸੋਚਦਾ ਸਾਂ ਮੇਰਾ ਮਨ ਨਹੀਂ ਲੱਗਣਾ, ਇੱਕ ਮੁੰਡੇ ਨੂੰ ਕੋਲ ਰੱਖ ਲਵਾਂ। ਵੱਡਾ ਮੁੰਡਾ ਤਾਂ ਜਾਣ ਲਈ ਤਿਆਰ ਨਹੀਂ ਸੀ। ਆਖੇ ਡੈਡ, ਮੈਂ ਤੁਹਾਡੇ ਕੋਲ ਰਹਾਂਗਾ, ਤੁਸੀਂ ਅਲੋਨ ਫੀਲ ਕਰੋਗੇ। ਮੇਰੀ ਪਤਨੀ ਦਾ ਮੁੱਖ ਮਕਸਦ ਤਾਂ ਉਸ ਨੂੰ ਇੰਡੀਆ ਲੈ ਕੇ ਜਾਣਾ ਸੀ, ਕਿਉਂਕਿ ਜਦ ਤੋਂ ਉਸਨੇ ਕੰਨ ਵਿੱਚ ਮੁਰਕੀ ਪਾਈ ਸੀ ਅਸੀਂ ਬਹੁਤ ਚਿੰਤਤ ਸੀ ਉਸ ਦੇ ਭਵਿੱਖ ਬਾਰੇ। ਇੰਡੀਆ ਜਾਵੇਗਾ, ਕੁਝ ਮੈਨਰ ਗ੍ਰਹਿਣ ਕਰੇਗਾ, ਪਰ ਮੈਨੂੰ ਹੁਣ ਮਹਿਸੂਸ ਹੁੰਦਾ ਏ ਕਿ ਮੇਰਾ ਮਣਾ ਮੂੰਹੀ ਬਾਜਣਾ ਉਤਰ ਗਿਆ ਹੈ। ਸ਼ੀਸ਼ੇ ਮੂਹਰੇ ਖੜ ਕੇ ਜਵਾਨੀ ਦੀਆਂ ਪੈੜਾਂ ਆਪਦੇ ਮੂੰਹ ਤੇ ਲੱਭਦਾ, ਪਰ ਕਿਤੇ ਨਜ਼ਰ ਨਹੀਂ ਆਉਂਦੀਆਂ। ਕਹਿੰਦੇ ਨੇ 2.5 ਦਿਨ ਤਾਂ ਭੇਡ ਤੇ ਵੀ ਆਉਂਦੀ ਏ, ਪਰ ਇੱਥੇ ਤਾਂ 2.5 ਮਿੰਟ ਵੀ ਨਹੀਂ ਆਈ ਲੱਗਦੀ। ਪਰ ਉਸਨੇ ਆਉਣ ਲੱਗੀ ਨੇ ਕਿਹੜਾ ਡੋਰ ਨੌਕ ਕਰਨੀ ਸੀ, ਜਾਣ ਲੱਗੀ ਨੇ ਕਿਹੜਾ ਵੀਜ਼ਾ ਲੈਣਾ ਸੀ। ਕਦ ਆਈ ਤੇ ਕਦ ਚਲੀ ਗਈ। ਸ਼ਾਇਦ ਆਈ ਨਾ ਹੋਵੇ, ਬਥੇਰੀਆਂ ਤੇ ਆਉਂਦੀ ਵੀ ਨਹੀਂ। ਬਚਪਨ ਤੋਂ ਸਿੱਧੀ ਬਾਈਪਾਸ ਵਡੇਪੇ ਵਿੱਚ ਐਂਟਰੀ ਹੁੰਦੀ ਹੈ। ਇਹ ਸਾਰਾ ਕੁਝ ਸੋਚ ਕੇ ਮਨ ਨੂੰ ਅੱਚ ਵੀ ਲੱਗ ਜਾਂਦੀ ਹੈ। ਮੁਝਸੇ ਹੀ ਫੁੱਟ ਰਹੀ ਸੀ ਜਦ ਅਮਨਦੀਪ ਗਲ ਦਾ ਹਾਰ ਬਣ ਗਈ ਸੀ। ਥੋੜੇ ਸਮੇਂ ਬਾਅਦ ਇਹ ਹਾਰ ਗਲ ਦਾ ਫੰਦਾ ਮਹਿਸੂਸ ਹੋਣ ਲੱਗ ਪਿਆ ਸੀ। ਸ਼ਾਇਦ ਇਹ ਜਵਾਨੀ ਉਦੋਂ ਆਉਣਾ ਚਾਹੁੰਦੀ ਹੋਵੇ। ਮੇਰੇ ਹਮ ਉਮਰ ਮੁੰਡੇ ਨਸ਼ਿਆਂ 'ਚ, ਕੁੜੀਆਂ ਦੇ ਚੱਕਰ ਵਿੱਚ ਰੋਗੀ ਬਣ ਗਏ ਸੀ, ਪਰ ਮੇਰੇ ਮੋਢੇ ਤੇ ਸਾਊ ਦੀ ਫੀਤੀ ਲੱਗ ਗਈ ਸੀ। ਉਸ ਸਾਊ ਦੀ ਫੀਤੀ ਦਾ ਇਨਾਮ ਸੀ ਅਮਨਦੀਪ। ਮੇਰੇ ਜ਼ੋਰ ਪਾਉਣ ਤੇ ਘਰਦਿਆਂ ਨੇ ਇੱਕ ਨਾ ਮੰਨੀ। ਮੈਂ ਅਜੇ ਪੜ੍ਹਨਾ ਏ। ਪਿਤਾ ਜੀ ਦਾ ਸੁਭਾਅ ਬਹੁਤ ਕੱਬਾ ਸੀ। ਕਹਿੰਦੇ ਲਾਮ ਨੂੰ ਤਾਂ ਨਹੀਂ ਚੱਲਿਆ, ਵਿਆਹ ਹੀ ਕਰਨਾ ਏ, ਪੜ੍ਹਾਈ ਵੀ ਆਪੇ ਹੋਈ ਜਾਊ। ਮੇਰੀ ਇੱਕ ਨਾ ਚੱਲੀ, ਉੱਪਰੋਂ ਥਲੀ 2 ਜਵਾਕ, ਪਹਿਲਾ ਮੁੰਡਾ ਇੱਕ ਕੁੜੀ।
ਉਸ ਤੋਂ 10 ਸਾਲ ਬਾਅਦ ਇੱਕ ਅਣਚਾਹਿਆ ਹੋਰ। ਅੱਜ 43ਵੇਂ ਸਾਲ ਆ ਕੇ ਇੰਨੀ ਉਤਲ-ਫੁਤਲ ਹੋ ਗਈ ਸੀ। ਸ਼ਾਇਦ ਇਸ ਦਾ ਕਾਰਨ ਰਾਜਦੀਪ ਸੀ, ਜੋ ਸਾਲ ਪਹਿਲਾਂ ਮੇਰੀ ਫੈਕਟਰੀ ਵਿੱਚ ਕੰਮ ਤੇ ਲੱਗੀ ਸੀ। ਮੇਰਾ ਦਿਨੋਂ ਦਿਨ ਉਸ ਪ੍ਰਤੀ ਝੁਕਾਅ ਵੱਧਦਾ ਜਾ ਰਿਹਾ ਸੀ, ਜੋ ਕੁਝ ਕੁ ਦਿਨਾਂ ਵਿੱਚ ਹੋਰ ਵੀ ਜ਼ਿਆਦਾ ਸੀ। ਮੈਨੂੰ ਮੇਰੇ ਸੁਪਰਵਾਈਜ਼ਰ ਪਾਲ ਨੇ ਦੱਸਿਆ ਸੀ ਕਿ ਇਹ ਵਿਚਾਰੀ 57-58 ਸਾਲ ਦੇ ਬੁੱਢੇ ਨਾਲ ਵਿਆਹ ਕਰਵਾ ਕੇ ਆਈਏ। ਇਹ ਸਮੁੰਦਰ ਵਾਂਗ ਸ਼ਾਂਤ ਦਿਖਦੀ ਏ, ਪਰ ਸੰਤੁਸ਼ਟ ਨਹੀਂ ਏ। ਜੋ ਮੁਸਕਰਾਹਟਾਂ ਵੰਡਦੀ ਇਹ ਸਭ ਦਿਖਾਵੇ ਦੀਆਂ ਨੇ, ਪਰ ਅੰਦਰੋਂ ਬੜੀ ਪਰੇਸ਼ਾਨ ਏ। ਦੇਖ ਲਵੀ ਇੱਕ ਦਿਨ ਜਵਾਰ ਭਾਟਾ ਜ਼ਰੂਰ ਆਵੇਗਾ। ਉਹ ਪਾਲ ਨਾਲ ਕਿੰਨਾ ਚਿਰ ਗੱਲਾਂ ਕਰਦੀ ਰਹਿੰਦੀ, ਮੇਰੇ ਨਾਲ ਵੀ ਹੈਲੋ ਹਾਏ ਕਰਦੀ। ਦੂਜੇ ਸਾਡੇ ਵਰਕਰਾਂ ਨਾਲੋਂ ਮੇਰੇ ਤੇ ਪਾਲ ਨਾਲ ਉਸ ਦਾ ਵਤੀਰਾ ਅਲੱਗ-ਅਲੱਗ ਸੀ। ਉਸ ਦਾ ਇਹ ਅਲੱਗ ਵਤੀਰਾ ਹੀ ਮੇਰੀ ਖਿੱਚ ਦਾ ਕਾਰਨ ਸੀ। ਪਾਲ ਦਾ ਕੰਮ ਛੱਡ ਜਾਣ ਬਾਅਦ ਮੇਰਾ ਚਾਂਸ ਸੁਪਰਵਾਈਜ਼ਰੀ ਦਾ ਲੱਗ ਗਿਆ ਸੀ। ਮੈਂ ਮਹਿਸੂਸ ਕੀਤਾ ਕਿ ਉਹ ਮੇਰੇ ਹੋਰ ਨੇੜੇ ਹੋ ਗਈ ਸੀ। ਉਸ ਦਾ ਘਰ ਵਾਲਾ ਸ਼ੱਕੀ ਸੁਭਾਅ ਦਾ ਬੰਦਾ ਸੀ। ਉਹ ਉਸ ਨੂੰ ਖੁਦ ਕੰਮ ਤੇ ਛੱਡ ਕੇ ਜਾਂਦਾ ਤੇ ਖੁਦ ਲੈ ਕੇ ਜਾਂਦਾ। ਇਸ ਬਾਰੇ ਮੈਨੂੰ ਪਾਲ ਨੇ ਦੱਸਿਆ ਸੀ। ਇੱਕ ਦਿਨ ਜਦੋਂ ਉਹ ਸਟੋਰ ਵਿੱਚ ਆਪਣੇ ਪਤੀ ਨਾਲ ਘੁੰਮ ਰਹੀ ਸੀ, ਮੈਂ ਉਸ ਨੂੰ ਹੈਲੋ ਜੀ, ਸਤਿ ਸ੍ਰੀ ਅਕਾਲ ਕਹਿ ਕੇ ਬੁਲਾਇਆ। ਉਹਨੇ ਚੱਜ ਨਾਲ ਜਵਾਬ ਨਹੀਂ ਦਿੱਤਾ। ਦੂਜੇ ਦਿਨ ਕੰਮ ਤੇ ਬਹੁਤ ਅਪਸੈਟ ਨਜ਼ਰ ਆ ਰਹੀ ਸੀ। ਮੇਰੇ ਬਾਰ-ਬਾਰ ਪੁੱਛਣ ਤੇ ਨਿਹੋਰੇ ਨਾਲ ਕਹਿਣ ਲੱਗੀ, ਤੁਸੀਂ ਮੈਨੂੰ ਕਿਉਂ ਬੁਲਾਇਆ? ਹਾਂ, ਜੇ ਬੁਲਾਉਣਾ ਸੀ ਤਾਂ ਭੈਣ ਜੀ ਕਹਿ ਕੇ ਬੁਲਾ ਲੈਂਦੇ, ਮੇਰੇ ਹਸਬੈਂਡ ਕੋਲ। ਅੱਛਾ, ਉਹ ਤੇਰਾ ਹਸਬੈਂਡ? ਮੇਰਾ ਹੈਰਾਨੀ ਨਾਲ ਮੂੰਹ ਅੱਡਿਆ ਰਹਿ ਗਿਆ। ਮੈਂ ਸੋਚਿਆ ਕਿਤੇ ਤੁਹਾਡਾ ਸਹੁਰਾ ਵਗੈਰਾ ਹੋਵੇਗਾ। ਪਤਾ ਨਹੀਂ ਕਦੋਂ ਬਗੈਰ ਸੋਚੇ ਇਹ ਸ਼ਬਦ ਨਿਕਲ ਗਏ, ਪਰ ਉਸਨੇ ਮਾਈਂਡ ਨਹੀਂ ਕੀਤਾ। ਨਹੀਂ ਜੀ, ਉਹ ਮੇਰਾ ਹਸਬੈਂਡ ਏ, ਜਿਸ ਬੈਂਡ ਨੂੰ ਮੈਂ ਹੱਸ ਕੇ ਵਜਾ ਰਹੀ ਹਾਂ। ਮੈਂ ਉਸ ਦੀ ਗੱਲ ਤੇ ਹੱਸਿਆ ਤੇ ਉਹ ਖੁਦ ਵੀ ਹੱਸ ਪਈ ਤੇ ਕਹਿਣ ਲੱਗੀ, ਉਹ ਬਹੁਤ ਸ਼ੱਕੀ ਏ। ਉਹਦੀ ਪਹਿਲੀ ਪਤਨੀ 2 ਜਵਾਨ ਬੱਚਿਆਂ ਨੂੰ ਛੱਡ ਕੇ ਟੋਰਾਂਟੋ ਜਾ ਵਸੀ ਆਪਣੇ ਯਾਰ ਨਾਲ। ਇਸ ਲਈ ਉਸ ਦਾ ਔਰਤ ਜਾਤ ਤੋਂ ਵਿਸ਼ਵਾਸ ਹੀ ਉੱਠ ਗਿਆ। ਆਖੇ ਕਰੇ ਕੋਈ ਤੇ ਭਰੇ ਕੋਈ। ਇੱਕ ਦਿਨ ਮੈਨੂੰ ਆਪਣੀ 1.5 ਸਾਲ ਦੀ ਬੱਚੀ ਦੀ ਤਸਵੀਰ ਦਿਖਾਉਂਦੀ ਬੋਲੀ, ਤੁਸੀਂ ਦੱਸੋ ਕੁੜੀ ਕਿਹਦੇ ਵਰਗੀ ਏ? ਮੈਂ ਕਿਹਾ, ਹੂਬਹੂ ਤੇਰੇ ਵਰਗੀ। ਪਹਿਲਾਂ ਹੱਸੀ ਤੇ ਫਿਰ ਇੱਕਦਮ ਗੰਭੀਰ ਹੋ ਗਈ। ਮੇਰਾ ਹਸਬੈਂਡ ਕਹਿੰਦਾ ਰਹਿੰਦਾ ਏ ਫਲਾਣੇ ਵਰਗੀ ਏ, ਧਮਕੇ ਵਰਗੀ ਏ। ਉਹ ਰੋਜ਼ ਇਸ ਗੱਲ ਤੇ ਝੱਜੂ ਪਾਉਂਦਾ ਏ। ਉਸਨੇ ਮੇਰਾ ਜੀਣਾ ਦੁੱਭਰ ਕੀਤਾ ਹੋਇਆ ਏ, ਦੇਖ ਲੈਣਾ। ਇਹ ਬੁੱਢਾ ਇੱਕ ਦਿਨ ਮੇਰੀ ਜਾਨ ਲੈ ਲਵੇਗਾ ਤੇ ਤੁਸੀਂ ਦੇਖਦੇ ਰਹਿ ਜਾਵੋਗੇ। ਉਸ ਦੀਆਂ ਅੱਖਾਂ ਵਿੱਚੋਂ 2 ਅੱਥਰੂ ਟਪਕ ਕੇ ਲਾਲ ਸੂਈਆਂ ਗੋਲ ਗੱਲਾਂ ਤੇ ਆ ਗਏ। ਮੈਂ ਸਾਫ਼ ਕਰਨੇ ਚਾਹੇ, ਪਰ ਆਲਾ ਦੁਆਲਾ ਦੇਖ ਕੇ ਹੱਥ ਰੋਕ ਲਏ। ਪਿਛਲੇ ਵੀਕ ਪੁੱਛਣ ਲੱਗੀ, ਤੁਸੀਂ ਅੱਜ ਕੱਲ੍ਹ ਮੁੱਲ ਦਾ ਲੰਚ ਜ਼ਿਆਦਾ ਕਰਦੇ ਹੋ, ਕੀ ਗੱਲ ਏ? ਕਿਉਂਕਿ ਮੇਰੀ ਵਾਈਫ ਇੰਡੀਆ ਗਈ ਏ 3 ਮਹੀਨੇ ਵਾਸਤੇ। ਮੈਂ ਕਿਹਾ, ਤੁਸੀਂ ਹੁਣ ਇਕੱਲੇ ਰਹਿੰਦੇ ਹੋ? ਫੇਰ ਇੱਕਦਮ ਬੋਲੀ, ਹੋਰ ਮੇਰੇ ਨਾਲ ਕਿਹਨੇ ਰਹਿਣਾ? ਫੇਰ ਉਸਨੇ ਸਮਾਈਲ ਦਿੱਤੀ। ਮੈਨੂੰ ਲੱਗਿਆ ਜਿਵੇਂ ਉਸ ਦੀਆਂ ਅੱਖਾਂ ਕੁਝ ਕਹਿ ਰਹੀਆਂ ਹੋਣ। ਬਸ ਇਸੇ ਗੱਲ ਤੇ ਸਾਰੀ ਰਾਤ ਸੁੱਤਾ ਨਹੀਂ ਸੀ ਤੇ ਸਵੇਰ ਦਾ ਮੋਚਨਾ ਲੱਭ ਰਿਹਾ ਸੀ। ਮੈਂ ਉਸ ਨੂੰ ਕਹਿਣ ਲੱਗਿਆ ਕਿ ਰਾਜਦੀਪ, ਕਦੇ ਸਮਾਂ ਕੱਢ, ਆਪਾਂ ਇਕੱਠੇ ਬੈਠੀਏ, ਗੱਲਾਂ ਕਰੀਏ, ਖੁੱਲ੍ਹੀਆਂ ਗੱਲਾਂ। ਪਰ ਮੈਂ ਸੁਪਰਵਾਈਜ਼ਰ ਹੋਣ ਦੇ ਨਾਤੇ ਮੂੰਹ ਰੋਕ ਲਿਆ, ਕਿਉਂਕਿ ਮੇਰੇ ਸੁਪਰਵਾਈਜ਼ਰ ਬਣਨ ਤੇ ਕਈ ਲੋਕ ਮੇਰੇ ਨਾਲ ਖਾਰ ਖਾਂਦੇ ਸਨ ਤੇ ਮੇਰੀ ਕਿਸੇ ਕਿਸਮ ਦੀ ਕਮਜ਼ੋਰੀ ਦੀ ਤਾਕ 'ਚ ਸਨ। ਤੁਹਾਨੂੰ ਪਤਾ ਏ, ਮੁੱਲ ਦਾ ਫੂਡ ਜੰਕ ਫੂਡ ਹੁੰਦਾ ਏ। ਕਦੇ ਕਦਾਈ ਤਾਂ ਠੀਕ, ਪਰ ਡੇਲੀ ਨੋ ਗੁੱਡ। ਆਈ ਨੋ, ਪਰ ਕੀ ਕਰੀਏ, ਢਿੱਡ ਤਾਂ ਭਰਨਾ ਏ ਨਾ। ਕਾਸ਼ ਮੈਂ ਤੁਹਾਡੇ ਲਈ ਰੋਟੀ ਲਿਆ ਸਕਦੀ। ਉਸਨੇ ਲੰਮਾ ਹੌਕਾ ਭਰ ਲਿਆ। ਇੱਕ ਮੋਟਾ ਵਾਲ ਮੋਚਨੇ ਨਾਲ ਖਿੱਚਦਿਆਂ
ਮੇਰੇ ਮੂੰਹ ਹਾਏ ਨਿਕਲੀ। ਫੇਰ ਆਪਦੇ ਆਪ ਵਿੱਚ ਹੱਸਿਆ। ਮੈਂ ਰਾਜਦੀਪ ਬਾਰੇ ਕਿੰਨਾ ਡੂੰਘਾ ਖੁਭਿਆ ਹੋਇਆ ਸੀ। ਇੱਕ ਦਿਨ ਜਵਾਰ ਭਾਟਾ ਜ਼ਰੂਰ ਆਵੇਗਾ। ਜਦ ਚੰਦਰਮਾ ਦੀ ਪੂਰਨ ਪ੍ਰਗਟ ਹੋਣਗੇ, ਬਸ ਪੂਰਨਮਾਸੀ ਨੇੜੇ ਹੀ ਏ। ਪਹਿਲਾਂ ਤਾਂ ਟਾਮਾ ਧੌਲਾ ਸੀ, ਪਰ ਆਹ 4 ਸਾਲਾਂ ਤੋਂ ਕਾਲਾ ਟਾਮਾ ਇਹ ਆਪ ਮੇਰੇ ਤੋਂ 2 ਸਾਲ ਵੱਡੀ ਏ। ਇੱਕ ਵੀ ਧੌਲਾ ਨਹੀਂ ਆਇਆ। ਆਪਦੀ ਪਤਨੀ ਨੂੰ ਫਿਰ ਕੋਸਦਾ ਹਾਂ, ਧੌਲਾ ਆਵੇ ਵੀ ਕਿਵੇਂ? ਵਧੀਆ ਖਾਣਾ, ਵਧੀਆ ਪਾਉਣਾ, ਹੁਕਮ ਚਲਾਉਣਾ, ਖਾ ਕੇ ਦੋਜੀਆਂ ਦੀ ਕੱਟੀ ਵਾਂਗ ਪਲੀ ਪਈ ਆ ਢਿੱਡਲ ਜਨਾਨੀ। ਜੇ ਕੋਈ ਹੋਵੇ ਤਾਂ ਕਿਉਂ ਕਿਸੇ ਜਨਾਨੀ ਵੱਲ ਝਾਕਾਂ? ਪਰ ਘਰ ਦੀ ਮੁਰਗੀ ਦਾਲ ਬਰਾਬਰ, ਇਹ ਤਾਂ ਹੈ ਮਸਰੀ ਅਣਤੜਕੀ। ਜੇ ਧੌਲੇ ਆ ਗਏ ਤਾਂ ਵੀ ਕੀ ਹੋਇਆ, ਦਿਲ ਤਾਂ ਅਜੇ ਜਵਾਨ ਏ। ਮੈਂ ਇੱਕ ਜਰਮਨੀ ਬੁੱਕ ਪੜ੍ਹੀ ਸੀ, ਉਸ ਵਿੱਚ ਲਿਖਿਆ ਸੀ ਔਰਤ 30 ਨੂੰ ਟੱਪ ਕੇ ਤੇ ਆਦਮੀ 40 ਨੂੰ ਟੱਪ ਕੇ ਅਸਲ ਜਵਾਨ ਹੁੰਦਾ ਏ। ਇਸ ਲਈ ਅਸਲ ਜਵਾਨ ਤਾਂ ਮੈਂ ਹੁਣ ਹੀ ਹੋਇਆ। ਆਖਰ ਇਹ ਗੱਲ ਮੈਨੂੰ ਧਰਵਾਸ ਦੇ ਦਿੰਦੀ ਏ। 40 ਨੂੰ ਟੱਪ ਕੇ ਅਸਲੀ ਅਕਲ ਆਉਂਦੀ ਏ, ਕਿਉਂਕਿ ਇਨਸਾਨ ਉੱਚੀ ਪਹਾੜੀ ਦਾ ਸਫ਼ਰ ਤੈਅ ਕਰਕੇ ਇੱਕ ਵੱਡਾ ਸਟਾਪ ਕਰਦਾ ਏ। ਪਹਾੜੀ ਦੀ ਚੋਟੀ ਤੇ ਅੱਗੇ ਢਲਾਨ ਏ। ਉਸ ਢਲਾਨ ਤੋਂ ਬੁਢਾਪੇ ਦੀ ਡੂੰਘਾਈ ਸਾਫ਼ ਨਜ਼ਰ ਆਉਂਦੀ ਏ। ਪਿੱਛੇ ਵੱਲ ਦੇਖਦੇ ਹਾਂ, ਢਲਾਨ ਤੇ ਬਚਪਨ ਤੇ ਜਵਾਨੀ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਦਿਖਾਈ ਦੇ ਰਹੀਆਂ ਨੇ। ਮੇਰੀ ਪਹਾੜੀ ਦੀ ਚੜ੍ਹਾਈ ਜ਼ਿਆਦਾ ਪਥਰੀਲੀ ਤੇ ਕੰਢਿਆਂ ਵਾਲੀ ਸੀ। ਸ਼ਾਇਦ ਇਸੇ ਲਈ ਸੁਸ਼ੀਲ, ਜੋ ਮੇਰਾ ਹਮ ਉਮਰ ਸੀ, ਕਹਿ ਰਿਹਾ ਸੀ, ਯਾਰ ਬਹੁਤ ਜੀ ਕਰਦਾ ਕਿਸੇ ਨਾ ਕਿਸੇ ਨਾਲ ਲਵ ਸਟੋਰੀ ਕਾਇਮ ਕੀਤੀ ਜਾਵੇ। ਸਾਰੀ ਉਮਰ ਐਸਾ ਕੁਝ ਨਹੀਂ ਕੀਤਾ, ਲੱਗਦਾ ਐਵੇਂ ਫੋਕਟ 'ਚ ਬੁੱਢੇ ਹੋ ਜਾਣਾ ਏ। ਇਸ ਗੱਲ ਬਾਰੇ ਉਹ ਕਾਫੀ ਗੰਭੀਰ ਸੀ। ਸੋਮਵਾਰ ਨੂੰ ਲੰਚ ਵਕਤ ਜਦੋਂ ਅਸੀਂ ਮਿਲੇ ਤਾਂ ਰਾਜਦੀਪ ਮੈਨੂੰ ਕਹਿੰਦੀ, ਤੁਸੀਂ ਮੇਰੇ ਵਾਸਤੇ ਪਾਰਟ ਟਾਈਮ ਜੌਬ ਲੱਭ ਸਕਦੇ ਹੋ। ਮੈਂ ਆਪਣੇ ਘਰਦਿਆਂ ਨੂੰ ਸਪਾਂਸਰ ਕਰਨਾ ਏ। ਇੱਕ ਜੌਬ ਨਾਲ ਤਾਂ ਇਨਕਮ ਪੂਰੀ ਨਹੀਂ ਬਣਦੀ। ਕਿੰਨੇ ਆਉਣ ਵਾਲੇ ਨੇ? 2 ਭਰਾ ਤੇ ਮਾਂ-ਬਾਪ। ਉਹਨਾਂ ਨੇ ਮੈਨੂੰ ਕੈਨੇਡਾ ਮੇਰੇ ਵਾਸਤੇ ਨਹੀਂ ਵਿਆਹਿਆ, ਖੁਦ ਕੈਨੇਡਾ ਆਉਣ ਵਾਸਤੇ ਵਿਆਹਿਆ ਹੈ। ਪਤਾ ਨਹੀਂ ਕਿਹੜੇ ਜਨਮ ਦਾ ਬਦਲਾ ਲਿਆ ਮੇਰੇ ਬਾਪ ਨੇ। ਉਸ ਦੀ ਆਵਾਜ਼ ਵਿੱਚ ਰੋਸਾ ਸੀ। ਹੁਣ ਜਦ ਵੀ ਫੋਨ ਆਊ ਆਖਣਗੇ ਸਾਡਾ ਕਦ ਤੱਕ ਬਣ ਜੂ, ਜਿਵੇਂ ਮੇਰੇ ਹੱਥ ਵਿੱਚ ਹੋਵੇ। ਬਸ ਹੁਣ ਤਾਂ ਮੈਨੂੰ ਕਿਸੇ ਦਿਨ ਉਡੀਕ ਕੇ ਕਹਿੰਦੇ ਨੇ ਹੁਣ ਫੈਮਿਲੀ ਕੇਸ ਨੂੰ 3-4 ਸਾਲ ਲੱਗ ਜਾਂਦੇ ਨੇ। ਇੰਨਾ ਟਾਈਮ ਕਿਵੇਂ ਲੰਘੇਗਾ? ਉਸਨੇ ਲੰਮਾ ਹੌਕਾ ਲਿਆ। ਕੋਈ ਗੱਲ ਨਹੀਂ, ਮੈਂ ਅੱਜ ਹੀ ਕੰਮ ਤੋਂ ਜਾ ਕੇ ਤੇਰੇ ਲਈ ਪਾਰਟ ਟਾਈਮ ਜੌਬ ਲੱਭਾਂਗਾ। ਤੂੰ ਮੈਨੂੰ ਫੋਨ ਨੰਬਰ ਦੇ ਦੇ, ਮੈਂ ਤੈਨੂੰ ਘਰੇ ਹੀ ਦੱਸ ਦੇਵਾਂਗਾ। 285 ਰਹਿਣ ਦੇਵੋ, ਫੋਨ ਨੰਬਰ ਨੂੰ ਕੱਲ ਨੂੰ ਕੰਮ ਤੇ ਹੀ ਦੱਸ ਦਿਓ। ਉਸਨੇ ਫੋਕੀ ਸਮਾਈਲ ਦਿੱਤੀ। ਤੁਹਾਨੂੰ ਤਾਂ ਹਾਂ, ਮੈਂ ਸਾਰੇ ਕੁਝ ਸਮਝਦੇ ਹੋਏ ਨੇ ਕਿਹਾ, ਫੋਨ ਨੰਬਰ ਕਿਉਂ ਨਹੀਂ? ਤੁਹਾਨੂੰ ਤਾਂ ਪਤਾ ਹੀ ਏ, ਮੇਰਾ ਬੁੱਢਾ ਤਾਂ ਮੈਨੂੰ ਮਾਰ ਦੇਵੇਗਾ ਜੇ ਮੈਂ ਕਾਰ 'ਚ ਬੈਠੀ ਦੂਜੀ ਕਾਰ ਵੱਲ ਸਰਸਰੀ ਦੇਖ ਲਵਾਂ, ਉਸ ਵਿੱਚ ਕੋਈ ਬੰਦਾ ਹੋਵੇ। ਉਹ ਰਾਤ ਤਾਂ ਮੇਰੀ ਤੌਬਾ ਹੁੰਦੀ ਏ। ਸਾਰੀ ਰਾਤ ਰੋ ਕੱਢਣੀ ਪੈਂਦੀ ਏ। ਪਤਾ ਨਹੀਂ ਕਿੱਥੋਂ ਸਿੱਖਿਆ ਕਪੱਤੀਆਂ ਬੁੜੀਆਂ ਵਾਂਗ ਮਿਹਣੇ ਦੇਣੇ। ਅਖੇ ਤੂੰ ਉਸ ਵੱਲ ਦੇਖ ਕੇ ਹੱਸੀ ਸੀ, ਉਸ ਭਾਈ ਨੇ ਤੈਨੂੰ ਅੱਖ ਦੱਬੀ ਸੀ। ਪਤਾ ਨਹੀਂ ਕੀ ਕੁਫਰ ਤੋਲਦਾ ਹੈ। ਦੂਜੇ ਦਿਨ ਮੈਂ ਉਸਨੂੰ ਪਾਰਟ ਟਾਈਮ ਜੌਬ ਦੀ ਖੁਸ਼ਖਬਰੀ ਦਿੱਤੀ, ਪਰ ਉਸਦੇ ਚਿਹਰੇ ਤੇ ਖੁਸ਼ੀ ਦੀ ਬਜਾਏ ਉਦਾਸੀ ਹੋਰ ਝਲਕ ਆਈ। ਮੈਂ ਬੁੱਢੇ ਨਾਲ ਗੱਲ ਕੀਤੀ ਸੀ। ਪਹਿਲਾਂ ਤਾਂ ਲਾਰੇ ਲਾਈ ਜਾਂਦਾ ਸੀ, ਪਰ ਰਾਤ ਤਾਂ ਲਾਲ ਲਾਈਨ ਮਾਰਤੀ, ਮੈਂ ਕਿਸੇ ਨੂੰ ਸਪਾਂਸਰ ਨਹੀਂ ਕਰਨਾ। ਜੇ ਉਹ ਸਪਾਂਸਰ ਨਹੀਂ ਕਰ ਸਕਦਾ ਤਾਂ ਫਿਰ ਮੈਂ ਕਿਉਂ ਜ਼ਿੰਦਗੀ ਗਾਲਾਂ ਉਸ ਬੁੱਢੜੇ ਨਾਲ। ਉਸ ਦੀ ਭੁੱਬ ਨਿਕਲ ਗਈ। ਹੁਣ ਉਹ ਬਹੁਤ ਉਦਾਸ ਰਹਿੰਦੀ ਸੀ। ਮੇਰੀ ਪਤਨੀ ਦੇ ਇੰਡੀਆ ਤੋਂ ਵਾਪਸ ਆਉਣ ਵਿੱਚ 3 ਦਿਨ ਰਹਿ ਗਏ। ਮੇਰੇ ਮਨ ਦੀ ਬੇਤਾਬੀ ਵੱਧਦੀ ਜਾ ਰਹੀ ਸੀ। ਕਦ ਰਾਜਦੀਪ ਨਾਲ ਗੱਲ ਕੀਤੀ ਜਾਵੇ। ਅੱਜ ਫਰਾਈਡੇ ਸੀ। ਅੱਜ ਗੱਲ ਕਰਨੀ ਜ਼ਰੂਰੀ ਸੀ। ਕੰਮ ਦਾ ਆਖਰੀ ਦਿਨ।
ਫਿਰ ਮੂਹਰੇ ਵੀਕਐਂਡ, ਇਹ 2 ਛੁੱਟੀਆਂ। ਅੱਜ ਤਾਂ ਗੱਲ ਕਰਨੀ ਏ, ਇਹ ਕਿੰਨੀ ਵਾਰ ਅੱਗੇ ਵੀ ਸੋਚਿਆ ਸੀ। ਇਸ ਤਰ੍ਹਾਂ ਹੀ 3 ਮਹੀਨੇ ਗੁਜ਼ਰ ਗਏ ਸਨ। ਉਸ ਨੂੰ ਦੇਖਦੇ ਹੀ ਮੇਰੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਸੀ। ਉਸ ਨਾਲ ਅੱਖ ਮਿਲਦਿਆਂ ਤੇਜ਼ ਕਦਮ ਢਿੱਲੇ ਪੈ ਜਾਂਦੇ। ਅੱਜ ਲੰਚ ਵੀ ਬਾਹਰੋਂ ਕੀਤਾ ਹੋਇਆ ਸੀ। ਉਸ ਨਾਲ ਬੈਠ ਕੇ ਗੱਲਾਂ ਕਰਨ ਦਾ ਮੌਕਾ ਹੱਥੋਂ ਜਾਂਦਾ ਰਿਹਾ ਸੀ। ਡਿਊਟੀ ਖਤਮ ਹੋਣ ਵਿੱਚ ਸਿਰਫ ਅੱਧਾ ਘੰਟਾ ਰਹਿੰਦਾ ਸੀ। ਮੈਂ ਮਨ ਕਰੜਾ ਕਰਕੇ ਉਸ ਦਾ ਕੰਮ ਚੈੱਕ ਕਰਨ ਦੇ ਬਹਾਨੇ ਨੇੜੇ ਚਲਾ ਗਿਆ। ਉਹ ਮੁਸਕਰਾਈ। ਮੈਂ ਜਾਂਦਿਆਂ ਹੀ ਠਾਹ ਸੋਟਾ ਮਾਰਿਆ, ਰਾਜਦੀਪ, ਅੱਜ ਟਾਈਮ ਕੱਢ, ਆਪਾਂ ਇਕੱਠੇ ਬੈਠੀਏ। ਕੀ ਕਰਾਂਗੇ? ਮੈਨੂੰ ਸ਼ਰਮ ਆਈ। ਮੈਂ ਹੜਬੜਾ ਕੇ ਕਿਹਾ, ਕੁਝ ਨਹੀਂ, ਬਸ ਗੱਲਾਂ ਕਰਾਂਗੇ। ਕੀ ਗੱਲ ਕਰਨੀ ਹੈ? ਸਿੱਧੀ ਤਰ੍ਹਾਂ ਦੱਸ। ਮੈਨੂੰ ਸਭ ਪਤਾ ਕੀ ਆ ਤੇਰੇ ਦਿਲ ਵਿੱਚ। ਜੇ ਉਹ ਗੱਲ ਆ ਤਾਂ ਫਿਰ ਭੁੱਲ ਜਾ। ਮੈਂ ਐਸੀ ਵੈਸੀ ਨਹੀਂ। ਤੇਰੇ ਵਰਗਾ ਤਾਂ ਪਹਿਲਾਂ ਦੱਦ ਲੱਗਿਆ ਹੋਇਆ। ਮੈਂ ਤੈਤੋਂ ਕੀ ਲੈਣਾ ਐਸੇ ਖੋਰ ਤੋਂ। ਉਹ ਗੁੱਸੇ ਵਿੱਚ ਲਾਲ ਹੋ ਗਈ। ਉਸਨੇ ਆਪਦੇ ਘਰ ਵਾਲੇ ਦਾ ਗੁੱਸਾ ਮੇਰੇ ਤੇ ਕੱਢਿਆ। ਮੈਂ ਆਪਦੇ ਆਪ ਨੂੰ ਸਾਂਭਦਿਆਂ ਕਿਹਾ, ਰਾਜਦੀਪ, ਮੇਰੀ ਗੱਲ ਦਾ ਤੂੰ ਗਲਤ ਸਮਝ ਲਿਆ। ਮੇਰਾ ਮਤਲਬ ਇਹ ਨਹੀਂ ਸੀ। ਮੈਂ ਚਾਹੁੰਦਾ ਤੂੰ ਬਹੁਤ ਅਪਸੈਟ ਹੈ। ਕੁਝ ਗੱਲਾਂ ਕਰੇਂਗੀ, ਤੇਰਾ ਵਜ਼ਨ ਹਲਕਾ ਹੋ ਜਾਵੇਗਾ। ਮੈਨੂੰ ਤੇਰੀ ਹਮਦਰਦੀ ਦੀ ਲੋੜ ਨਹੀਂ। ਮੈਂ ਆਪਦਾ ਬੁਰਾ ਭਲਾ ਸਮਝਦੀ ਹਾਂ। ਤੁਸੀਂ ਲੋਕ ਸਾਰੇ ਇੱਕੋ ਜਿਹੇ ਹੁੰਦੇ ਹੋ। ਉਹ ਗੁੱਸੇ ਵਿੱਚ ਫੁੰਕਾਰੇ ਮਾਰ ਰਹੀ ਸੀ। ਮੈਨੂੰ ਇਹ ਸੁਣ ਕੇ ਝਟਕਾ ਲੱਗਿਆ। ਉਹ ਬਲੈਤੀ ਬੱਸੀ ਵਾਂਗ ਪਿੰਡੇ ਤੇ ਹੱਥ ਨਹੀਂ ਧਰਾ ਰਹੀ ਸੀ। ਇੰਨੇ ਨੂੰ ਬੈਲ ਵੱਜ ਗਈ। ਸਾਰੇ ਵਰਕਰ ਬਾਹੋ ਦਾ ਹੀ ਕਾਰਡ ਸਕੈਨ ਕਰਨ ਤੁਰ ਗਏ। ਉਹ ਕਾਰਡ ਸਕੈਨ ਕੀਤੇ ਬਿਨਾਂ ਹੀ ਚਲੀ ਗਈ। ਕਾਮਲਿਆਂ ਵਾਂਗ ਕੰਪਿਊਟਰ ਤੇ ਹੱਥ ਮਾਰਨ ਲੱਗਾ। ਹੋਰ ਬੈਠਣਾ ਔਖਾ ਹੋ ਗਿਆ। ਘਰ ਆ ਗਿਆ। ਸ਼ੀਸ਼ੇ ਅੱਗੇ ਖੜੋ ਕੇ ਚਿਹਰੇ ਨੂੰ ਨਿਹਾਰਦਾ ਹਾਂ। ਮੈਂ ਖੋਰ? ਮੇਰੇ ਮੂੰਹ ਵਿੱਚੋਂ ਚੀਕ ਨਿਕਲਦੀ ਏ, ਕਦੇ ਖੁਦ ਤੇ ਗੁੱਸਾ, ਕਦੇ ਹਾਸਾ। ਇੰਨਾ ਨਖਰਾ? ਕਾਸ਼ ਜੇ ਇਹੀ ਨਖਰਾ ਅਮਨਦੀਪ ਵਿੱਚ ਹੁੰਦਾ। ਅਮਨਦੀਪ 3 ਦਿਨ ਦੀ ਜਗ੍ਹਾ 3 ਮਹੀਨੇ ਹੋਰ ਲਾ ਆਵੇ। ਪਹਿਲਾਂ ਸੋਚਦਾ ਸੀ, ਪਰ ਹੁਣ ਸੋਚਦਾ 3 ਮਿੰਟ ਵੀ ਜ਼ਿਆਦਾ ਨੇ। ਚੱਲ ਵਿਚਾਰੀ ਕੁਝ ਵੀ ਏ, ਮੈਂ ਤਾਂ ਆਪਣੀ। ਅੱਜ ਸੋਮਵਾਰ ਏ। ਸ਼ਿਫਟ ਸਟਾਰਟ ਹੋ ਗਈ। ਵਰਕਰ ਆਪੋ ਆਪਣੀ ਜਗ੍ਹਾ ਕੰਮ ਤੇ ਲੱਗ ਗਏ। ਮੇਰੀਆਂ ਅੱਖਾਂ ਰਾਜਦੀਪ ਨੂੰ ਲੱਭ ਰਹੀਆਂ ਨੇ। 1 ਘੰਟਾ ਲੰਘ ਗਿਆ। ਸੋਚਦਾ ਹਾਂ ਉਹ ਕਿਉਂ ਨਹੀਂ ਆਈ। ਸ਼ਾਇਦ ਕੰਮ ਛੱਡ ਗਈ ਹੋਵੇ। ਪਰ ਕਿਉਂ? ਸ਼ਾਇਦ ਉਸ ਦਿਨ ਦੀ ਘਟਨਾ ਕਰਕੇ ਮੇਰੇ ਨਾਲ ਨਾਰਾਜ਼ ਹੋਵੇ। ਮੇਰਾ ਅੰਦਰਲਾ ਚੋਰ ਮੈਨੂੰ ਹੋਰ ਡਰਾਉਂਦਾ ਏ। ਜਦੋਂ ਉਸ ਦੀ ਜੌਬ ਛੱਡਣ ਦਾ ਕਾਰਨ ਜੱਗ ਜ਼ਾਹਰ ਹੋਵੇਗਾ, ਕਿਤੇ ਇਹ ਗੱਲ ਮੈਨੇਜਮੈਂਟ ਦੇ ਕੰਨੀ ਚਲੀ ਗਈ ਤਾਂ ਮੇਰੀ ਜੌਬ। ਫਿਰ ਆਪਦੇ ਹੱਕ ਵਿੱਚ ਪੁਆਇੰਟ ਇਕੱਠੇ ਕਰਨ ਲਈ ਦਿਮਾਗ ਲੜਾਉਂਦਾ ਹਾਂ। ਇਸੇ ਸਟ੍ਰੈਸ ਦੀ ਘੁੰਮਣ ਘੇਰੀ ਵਿੱਚੋਂ, ਹੈੱਡ ਆਫਿਸ ਵਿੱਚੋਂ ਉਸਦੇ ਫੋਨ ਨੰਬਰ ਦੀ ਫਾਈਲ ਕਢਵਾਉਂਦਾ ਹਾਂ। ਉਸਦਾ ਫੋਨ ਨੰਬਰ ਨੋਟ ਕਰਕੇ ਆਪਦੇ ਦਫ਼ਤਰ ਵਿੱਚ ਆ ਜਾਂਦਾ ਹਾਂ। ਫੋਨ ਘੁਮਾ ਕੇ ਫਿਰ ਕੱਟ ਦਿੰਦਾ ਹਾਂ। ਹਿੰਮਤ ਨਹੀਂ ਪੈਂਦੀ ਉਸ ਨਾਲ ਗੱਲ ਕਰਨ ਦੀ। ਫਿਰ ਕੁਝ ਸੋਚ ਕੇ ਪਾਲ ਦੇ ਸੈੱਲ ਤੇ ਫੋਨ ਕਰਦਾ ਹਾਂ। ਆਨਸਰ ਮਸ਼ੀਨ ਬੋਲ ਰਹੀ ਏ। ਫਿਰ ਪਾਲ ਦੇ ਘਰ ਫੋਨ ਕਰਦਾ ਹਾਂ। ਉਸ ਦੀ ਵਾਈਫ, ਜੋ ਮੈਨੂੰ ਇੱਕੋ ਵਾਰ ਸਟੋਰ ਤੇ ਪਾਲ ਨਾਲ ਮਿਲੀ ਸੀ, ਫੋਨ ਚੁੱਕਦੀ ਏ। ਭੈਣ ਜੀ, ਪਾਲ ਜੀ ਘਰੇ ਨੇ, ਉਹਨਾਂ ਨਾਲ ਗੱਲ ਕਰਵਾਓ। ਭਾਜੀ, ਪਾਲ ਤਾਂ ਮਰ ਗਿਆ। ਇੱਕਦਮ ਝਟਕਾ ਲੱਗਦਾ ਏ। ਸੱਚ ਭੈਣ ਜੀ? ਕਦੋਂ, ਕਿਵੇਂ? ਪਰਸੋਂ ਸ਼ੁੱਕਰਵਾਰ ਨੂੰ। ਪਾਲ ਦੀ ਵਾਈਫ ਦੀ ਆਵਾਜ਼ ਗੁੱਸੇ ਵਿੱਚ ਕੰਬਦੀ ਏ। ਭੈਣ ਜੀ, ਕੀ ਗੱਲ ਹੋ ਗਈ? ਦੱਸੋ ਤਾਂ ਸਹੀ। ਮੈਂ ਹੱਕਾ ਬੱਕਾ ਹੋ ਕੇ ਪੁੱਛਦਾ ਹਾਂ। ਕੀ ਦੱਸਾਂ ਭਰਾਵਾ, ਸਾਨੂੰ ਤਾਂ ਉਸ ਕੰਜਰ ਨੇ ਦੱਸਣ ਜੋਗਾ ਛੱਡਿਆ ਹੀ ਨਹੀਂ। ਕੋਈ ਰੰਡੀ ਦੀਪੋ ਆ, ਉਹਦੇ ਨਾਲ ਪਤਾ ਨਹੀਂ ਕਿੱਥੇ ਖੇ ਖਾਂਦਾ ਫਿਰਦਾ। 3 ਦਿਨ ਹੋ ਗਏ ਮੈਨੂੰ ਰੋਂਦੀ ਕਰਲਾਉਂਦੀ ਨੂੰ। ਮੈਂ ਕਿੱਥੇ ਨਹੀਂ ਲੱਭਿਆ। ਫਿਰ ਤੁਹਾਡੇ ਹੀ ਕਿਸੇ ਕੰਮ ਕਰਨ ਵਾਲੇ ਨੇ ਦੱਸਿਆ, ਬਈ ਉਹ ਤਾਂ ਦੀਪੋ ਬੇਕਰੀ ਵਾਲੇ ਨੂੰ ਕਾਰ 'ਚ
ਦੀਪੋ ਬੇਕਰੀ ਵਾਲੀ ਨੂੰ ਕਾਰ 'ਚ ਬਿਠਾਈ ਫਿਰਦਾ ਸੀ ਐਵਨਿਊ ਤੇ। ਓ ਮਾਈ ਗਾਡ, ਇਸੇ ਲਈ ਕੰਮ ਤੇ ਨਹੀਂ ਆਈ, ਕਹਿ ਕੇ ਫੋਨ ਕੱਟ ਦਿੰਦਾ ਹਾਂ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।